ਸਤਿ ਸ਼੍ਰੀ ਅਕਾਲ एवरीवन, ਵੈਲਕਮ ਬੈਕ ਟੂ ਇੰਗਲਿਸ਼ ਕਨੈਕਸ਼ਨ ਵਿਦ ਗੀਤ। ਪਿਛਲੀ ਵੀਡੀਓ ਦੇ ਵਿੱਚ ਅਸੀਂ ਨੇਚਰ ਐਂਡ ਸਕੋਪ ਆਫ ਲੈਂਗੁਏਜ ਕਵਰ ਕੀਤਾ ਸੀ, ਜਿਸ ਵਿੱਚ ਅਸੀਂ ਡੈਫੀਨੇਸ਼ਨਸ, ਕਰੈਕਟਰਿਸਟਿਕਸ, ਹੌਕਿਟ ਦੇ ਡਿਜ਼ਾਈਨ ਫੀਚਰਸ ਤੇ ਬ੍ਰਾਂਚੇਸ ਆਫ ਲਿੰਗੁਇਸਟਿਕਸ ਪੜ੍ਹੇ ਸੀ। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਵੀਡੀਓ ਨੰਬਰ 5 ਤੇ ਅੱਜ ਦਾ ਟੌਪਿਕ ਹੈ ਫੋਨੈਟਿਕਸ ਐਂਡ ਫੋਨੋਲੋਜੀ, ਮਤਲਬ ਸਾਊਂਡ, ਆਈਪੀਏ ਸਿੰਬਲਸ, ਸਟ੍ਰੈਸ ਇੰਟੋਨੇਸ਼ਨ, ਐਵਰੀਥਿੰਗ। ਇਹ ਟੌਪਿਕ ਪੀਪੀਐਸਸੀ, ਯੂਜੀਸੀ ਨੈਟ ਤੇ ਸੈਟ ਦੇ ਵਿੱਚ ਕਾਫੀ ਜ਼ਿਆਦਾ ਸਕੋਰਿੰਗ ਸੈਕਸ਼ਨ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੇ ਵਿੱਚੋਂ ਡਾਇਰੈਕਟ ਡੈਫੀਨੇਸ਼ਨ, ਟ੍ਰਾਂਸਕ੍ਰਿਪਸ਼ਨ ਬੇਸਡ ਐਮਸੀਕਿਊਜ਼ ਤੇ ਕਲਾਸੀਫਿਕੇਸ਼ਨ ਕੁਐਸਚਨਸ ਆਉਂਦੇ ਰਹਿੰਦੇ ਨੇ। ਇਸ ਲੈਕਚਰ ਦੇ ਐਂਡ ਤੱਕ ਤੁਸੀਂ ਸਪੀਚ ਸਾਊਂਡਸ, ਆਈਪੀਏ ਚਾਰਟ, ਸਟ੍ਰੈਸ ਤੇ ਇੰਟੋਨੇਸ਼ਨ ਦੇ ਰੂਲਸ ਬਹੁਤ ਕਲੀਅਰਲੀ ਸਮਝ ਜਾਓਗੇ। ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਲੈਟਸ ਬਿਗਿਨ। ਸਭ ਤੋਂ ਪਹਿਲਾ ਸਵਾਲ ਹੈ, ਫੋਨੈਟਿਕਸ ਕੀ ਹੈ? ਫੋਨੈਟਿਕਸ ਸਪੀਚ ਸਾਊਂਡ ਦੀ ਸਾਇੰਟਿਫਿਕ ਸਟੱਡੀ ਹੈ। ਇਹ ਦੱਸਦੀ ਹੈ ਕਿ ਸਾਊਂਡਸ ਕਿਵੇਂ ਪ੍ਰੋਡਿਊਸ ਹੁੰਦੀਆਂ, ਕਿਸ ਤਰੀਕੇ ਨਾਲ ਟ੍ਰਾਂਸਮਿਟ ਹੁੰਦੀਆਂ ਤੇ ਕਿੱਦਾਂ ਇਹਨਾਂ ਨੂੰ ਰਿਸੀਵ ਕੀਤਾ ਜਾਂਦਾ ਹੈ। ਇਸ ਨੂੰ ਆਪਾਂ 3 ਬ੍ਰਾਂਚਸ ਦੇ ਵਿੱਚ ਡਿਵਾਈਡ ਕਰਕੇ ਸਮਝ ਸਕਦੇ ਹਾਂ। ਸਭ ਤੋਂ ਪਹਿਲੀ ਜਿਹੜੀ ਬ੍ਰਾਂਚ ਹੈ ਉਹ ਹੈ ਆਰਟੀਕੂਲੇਟਰੀ ਫੋਨੈਟਿਕਸ। ਇਹ ਸਟੱਡੀ ਕਰਦੀ ਹੈ ਕਿ ਸਾਡੇ ਸਪੀਚ ਆਰਗਨਸ ਜਿਵੇਂ ਕਿ ਲਿਪਸ, ਟੰਗ, ਟੀਥ ਤੇ ਵੋਕਲ ਕਾਰਡਸ ਸਾਊਂਡਸ ਨੂੰ ਕਿਵੇਂ ਪ੍ਰੋਡਿਊਸ ਕਰਦੇ ਹੈ। ਦੂਸਰੀ ਹੈ ਅਕੋਸਟਿਕ ਫੋਨੈਟਿਕਸ, ਜਿਹੜੀ ਸਟੱਡੀ ਕਰਦੀ ਹੈ ਕਿ ਸਾਊਂਡ ਵੇਵਸ ਏਅਰ ਦੇ ਵਿੱਚੋਂ ਕਿਵੇਂ ਟਰੈਵਲ ਕਰਦੀਆਂ ਨੇ, ਮਤਲਬ ਉਹਨਾਂ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਕੀ ਹੈ, ਫ੍ਰੀਕੁਐਂਸੀ, ਪਿਚ ਵਗੈਰਾ ਬਾਰੇ ਗੱਲ ਹੁੰਦੀ ਹੈ ਇਸ ਦੇ ਵਿੱਚ। ਤੀਜੀ ਹੈ ਆਡੀਟਰੀ ਫੋਨੈਟਿਕਸ, ਜਿਹੜੀ ਦੇਖਦੀ ਹੈ ਕਿ ਸਾਡੇ ਈਅਰਸ ਤੇ ਬ੍ਰੇਨ ਸਾਊਂਡ ਨੂੰ ਕਿਵੇਂ ਰਿਸੀਵ ਕਰਦੇ ਆ ਤੇ ਕਿਸ ਤਰੀਕੇ ਦੇ ਨਾਲ ਪਰਸੀਵ ਕਰਦੇ ਆ। ਐਗਜ਼ਾਮ ਟਿਪ ਯਾਦ ਰੱਖਣੀ ਹੈ ਕਿ ਜੇ ਕੁਐਸਚਨ ਆਵੇ ਕਿ ਸਪੀਚ ਆਰਗਨਸ ਦੇ ਥਰੂ ਸਾਊਂਡ ਪ੍ਰੋਡਕਸ਼ਨ ਦੀ ਸਟੱਡੀ ਨੂੰ ਕੀ ਕਹਿੰਦੇ ਹੈ, ਤਾਂ ਆਨਸਰ ਹੋਏਗਾ ਆਰਟੀਕੂਲੇਟਰੀ ਫੋਨੈਟਿਕਸ। ਇਸ ਤਰੀਕੇ ਦੇ ਨਾਲ ਕੁਐਸਚਨਸ ਬਣ ਕੇ ਆਉਂਦੇ ਹੈ। ਹੁਣ ਆਪਾਂ ਸਮਝਦੇ ਹਾਂ ਕਿ ਫੋਨੋਲੋਜੀ ਕੀ ਹੈ। ਫੋਨੋਲੋਜੀ ਕਿਸੇ ਪਾਰਟਿਕੂਲਰ ਲੈਂਗੁਏਜ ਦੇ ਸਾਊਂਡ ਸਿਸਟਮ ਦੀ ਸਟੱਡੀ ਹੈ। ਇਹ ਦੱਸਦੀ ਹੈ ਕਿ ਸਾਊਂਡ ਉਸ ਪਾਰਟਿਕੂਲਰ ਲੈਂਗੁਏਜ ਦੇ ਵਿੱਚ ਕਿਵੇਂ ਫੰਕਸ਼ਨ ਕਰਦੀਆਂ ਨੇ ਤੇ ਕਿਵੇਂ ਇੱਕ ਦੂਜੇ ਦੇ ਨਾਲ ਕੰਟਰਾਸਟ ਕਰਦੀਆਂ ਸਾਊਂਡਸ। ਫਰਕ ਸਮਝਣਾ ਜ਼ਰੂਰੀ ਹੈ। ਫੋਨੈਟਿਕਸ ਯੂਨੀਵਰਸਲ ਹੈ, ਇਹ ਸਾਰੀਆਂ ਲੈਂਗੁਏਜਸ ਦੀ ਸਾਊਂਡਸ ਨੂੰ ਸਟੱਡੀ ਕਰਦੀ ਹੈ, ਪਰ ਫੋਨੋਲੋਜੀ ਲੈਂਗੁਏਜ ਸਪੈਸੀਫਿਕ ਹੈ। ਇਹ ਇੱਕ ਪਾਰਟਿਕੂਲਰ ਲੈਂਗੁਏਜ ਦੇ ਸਾਊਂਡ ਪੈਟਰਨ ਨੂੰ ਸਟੱਡੀ ਕਰਦੀ ਹੈ। ਇਸ ਨੂੰ ਆਪਾਂ ਇੱਕ ਸਿੰਪਲ ਐਨਾਲੋਜੀ ਨਾਲ ਸਮਝ ਸਕਦੇ ਹਾਂ ਕਿ ਫੋਨੈਟਿਕਸ ਦੱਸਦੀ ਹੈ ਕਿ ਅਸੀਂ ਦੁਨੀਆ ਦੀਆਂ ਹਰ ਲੈਂਗੁਏਜ ਦੇ ਵਿੱਚ ਕਿੰਨੀ ਤਰ੍ਹਾਂ ਦੀਆਂ ਸਾਊਂਡਸ ਬੋਲ ਸਕਦੇ ਹਾਂ, ਜਿਵੇਂ ਕਿ ਇੱਕ ਬਹੁਤ ਵੱਡਾ ਸਾਊਂਡ ਬੈਂਕ ਹੋਵੇ। ਫੋਨੋਲੋਜੀ ਦੱਸਦੀ ਹੈ ਕਿ ਇੱਕ ਪਾਰਟਿਕੂਲਰ ਲੈਂਗੁਏਜ ਜਿਵੇਂ ਕਿ ਇੰਗਲਿਸ਼ ਇਸ ਬੈਂਕ ਵਿੱਚੋਂ, ਇਸ ਸਾਊਂਡ ਬੈਂਕ ਦੇ ਵਿੱਚੋਂ ਕਿਹੜੀਆਂ ਸਾਊਂਡਸ ਨੂੰ ਚੂਜ਼ ਕਰਦੀ ਹੈ ਤੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਯੂਜ਼ ਕਰਦੀ ਹੈ। ਐਗਜ਼ਾਮਪਲ, ਪ ਤੇ ਬ ਇੰਗਲਿਸ਼ ਦੇ ਵਿੱਚ 2 ਅਲੱਗ-ਅਲੱਗ ਫੋਨੀਮ ਨੇ, ਕਿਉਂਕਿ ਪੈਟ ਤੇ ਬੈਟ ਦਾ ਮੀਨਿੰਗ ਚੇਂਜ ਹੋ ਜਾਂਦਾ ਹੈ। ਇਹ ਕਨਸੈਪਟ ਫੋਨੀਮ ਕਹਿਲਾਉਂਦਾ ਹੈ। ਇਹ ਲੈਂਗੁਏਜ ਦੀ ਸਭ ਤੋਂ ਛੋਟੀ ਮੀਨਿੰਗਫੁਲ ਸਾਊਂਡ ਯੂਨਿਟ ਹੈ। ਇਸ ਨੂੰ ਹੋਰ ਕਲੀਅਰ ਕਰਨ ਦੇ ਲਈ ਇੱਕ ਹੋਰ ਐਗਜ਼ਾਮਪਲ ਆਪਾਂ ਲੈਂਦੇ ਹਾਂ, ਪਿਨ ਤੇ ਬਿਨ। ਸਿਰਫ ਇੱਕ ਸਾਊਂਡ ਦੇ ਨੂੰ ਚੇਂਜ ਕਰਨ ਦੇ ਨਾਲ ਇਹਨਾਂ ਦਾ ਮੀਨਿੰਗ ਕੰਪਲੀਟਲੀ ਅਲੱਗ ਹੋ ਜਾਂਦਾ ਹੈ। ਐਸੇ ਵਰਡਸ ਨੂੰ ਆਪਾਂ ਮਿਨੀਮਲ ਪੇਅਰਸ ਕਹਿੰਦੇ ਆ ਤੇ ਇਹ ਫੋਨੋਲੋਜੀ ਪੜ੍ਹਾਉਣ ਦਾ ਆਈ ਥਿੰਕ ਸਭ ਤੋਂ ਈਜ਼ੀ ਵੇ ਹੈ, ਪੜ੍ਹਨ ਦਾ ਈਜ਼ੀ ਵੇ ਹੈ। ਇਸ ਨੂੰ ਬਹੁਤ ਈਜ਼ੀਲੀ ਸਮਝ ਸਕਦੇ ਹੋ ਤੁਸੀਂ। ਸਾਊਂਡ ਪ੍ਰੋਡਿਊਸ ਕਰਨ ਦੇ ਲਈ ਜਿਹੜੇ ਹੁਣ ਆਪਾਂ ਗੱਲ ਕਰਾਂਗੇ ਆਰਗਨਸ ਆਫ ਸਪੀਚ ਦੀ, ਸਾਡੇ ਵੋਕਲ ਆਰਗਨਸ ਕੰਮ ਕਰਦੇ ਆ ਤੇ ਹਰ ਇੱਕ ਆਰਗਨ ਦਾ ਆਪਣਾ ਇੱਕ ਰੋਲ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਲੰਗਸ ਦੀ, ਇਹ ਸਾਨੂੰ ਏਅਰ ਸਪਲਾਈ ਦਿੰਦੇ ਆ। ਨੈਕਸਟ ਵਨ ਇਜ਼ ਵੋਕਲ ਕਾਰਡਸ, ਜਿਹਨੂੰ ਆਪਾਂ ਲੈਰਿੰਗਸ ਵੀ ਕਹਿੰਦੇ ਆ। ਇਹ ਵਾਈਬ੍ਰੇਟ ਹੋ ਕੇ ਵੌਇਸਡ ਜਾਂ ਵੌਇਸਲੈਸ ਸਾਊਂਡਸ ਬਣਾਉਂਦੇ ਆ। ਨੈਕਸਟ ਵਨ ਇਜ਼ ਟੰਗ, ਇਹ ਸਭ ਤੋਂ ਜ਼ਿਆਦਾ ਫਲੈਕਸੀਬਲ ਆਰਗਨ ਹੈ ਜਿਹੜਾ ਵਾਉਲਸ ਤੇ ਕੌਨਸੋਨੈਂਟਸ ਦੋਨੋਂ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ। ਫਿਰ ਆਉਂਦੇ ਨੇ ਆਪਣੇ ਟੀਥ, ਐਲਵੀਓਲਰ ਰਿਜ, ਹਾਰਡ ਪੈਲੇਟ ਤੇ ਸੌਫਟ ਪੈਲੇਟ। ਇਹ ਸਾਰੇ ਆਰਟੀਕੂਲੇਸ਼ਨ ਪੁਆਇੰਟਸ ਨੇ ਜਿੱਥੇ ਸਾਊਂਡ ਬਲੌਕ ਜਾਂ ਰਿਸਟ੍ਰਿਕਟ ਹੁੰਦੀ ਹੈ। ਹਾਰਡ ਪੈਲੇਟ ਮੂੰਹ ਦੇ ਉੱਪਰ ਵਾਲੇ ਹਿੱਸੇ ਦਾ ਸਖਤ ਪਾਰਟ ਹੈ, ਜਿਹੜਾ ਦੰਦਾਂ ਦੇ ਬਿਲਕੁਲ ਪਿੱਛੇ, ਤੇ ਜਦਕਿ ਸੌਫਟ ਪੈਲੇਟ, ਜਿਹਨੂੰ ਆਪਾਂ ਵੇਲਮ ਵੀ ਕਹਿੰਦੇ ਆ, ਇਹ ਪਿੱਛੇ ਵਾਲਾ ਨਰਮ ਪਾਰਟ ਹੈ। ਤੇ ਵੈਲਰ ਸਾਊਂਡਸ ਦਾ ਇੱਥੇ ਹੀ ਜਿਹੜੀਆਂ ਹੈਗੀਆਂ ਪ੍ਰੋਡਿਊਸ ਹੁੰਦੀਆਂ ਨੇ। ਨੈਕਸਟ ਆਪਾਂ ਗੱਲ ਹੁਣ ਕਰਦੇ ਆ ਵੌਇਸਡ ਤੇ ਵੌਇਸਲੈਸ ਸਾਊਂਡਸ ਦੀ। ਇਹ ਬਹੁਤ ਇੰਪੋਰਟੈਂਟ ਡਿਸਟਿੰਕਸ਼ਨ ਆਈ ਥਿੰਕ ਸਮਝਣਾ। ਵੌਇਸਡ ਸਾਊਂਡਸ ਉਹ ਹੁੰਦੀ ਹੈ ਜਦੋਂ ਵੋਕਲ ਕਾਰਡਸ ਵਾਈਬ੍ਰੇਟ ਕਰਦੇ ਆ, ਜਿਵੇਂ ਬ, ਡ, ਗ, ਜ਼, ਇਹ ਬੋਲ ਕੇ ਦੇਖੋ। ਵੌਇਸਲੈਸ ਸਾਊਂਡਸ ਉਹ ਹੁੰਦੀਆਂ ਨੇ ਜਦੋਂ ਵੋਕਲ ਕਾਰਡਸ ਵਾਈਬ੍ਰੇਟ ਨਹੀਂ ਕਰਦੇ, ਜਿਵੇਂ ਕਿ ਪ, ਟ, ਕ, ਸ, ਕੋਈ ਵਾਈਬ੍ਰੇਸ਼ਨ ਨਹੀਂ ਹੈ।
ਤੁਸੀਂ ਐਗਜ਼ਾਮ ਟਿਪ ਦੇ ਲਈ ਇਸ ਨੂੰ ਆਪਣੇ ਗਲੇ ਤੇ ਹੱਥ ਰੱਖ ਕੇ ਬੋਲ ਕੇ ਦੇਖੋ। ਜੇ ਵਾਈਬ੍ਰੇਸ਼ਨ ਇੱਥੇ ਮਹਿਸੂਸ ਹੋਏਗੀ ਤਾਂ ਸਾਊਂਡ ਵੌਇਸਡ ਹੈ, ਤੇ ਜੇ ਨਾ ਹੋਵੇ ਤਾਂ ਫਿਰ ਉਹ ਵਾਇਸਲੈਸ ਹੈ। ਹੁਣ ਆਪਾਂ ਗੱਲ ਕਰਦੇ ਹਾਂ ਸਪੀਚ ਸਾਊਂਡਸ ਦੀ ਕਲਾਸੀਫਿਕੇਸ਼ਨ ਦੀ, ਕਿੱਦਾਂ ਡਿਵਾਈਡ ਕਰਦੇ ਹਾਂ। ਸਪੀਚ ਸਾਊਂਡਸ ਦੋ ਮੇਨ ਕੈਟਾਗਰੀਜ਼ ਵਿੱਚ ਡਿਵਾਈਡ ਹੁੰਦੀਆਂ ਨੇ। ਕਿਹੜੀ ਕੈਟਾਗਰੀਜ਼ ਆ ਉਹ? ਵਾਊਲ ਸਾਊਂਡਸ ਤੇ ਕੌਨਸੋਨੈਂਟ ਸਾਊਂਡਸ। ਵਾਊਲਸ ਦੀ ਪ੍ਰੋਡਕਸ਼ਨ ਵਿੱਚ ਵੋਕਲ ਟਰੈਕਟ ਦੇ ਵਿੱਚ ਕੋਈ ਵੀ ਅਬਸਟਰਕਸ਼ਨ ਨਹੀਂ ਹੁੰਦੀ, ਏਅਰ ਫ੍ਰੀਲੀ ਬਾਹਰ ਨਿਕਲਦੀ ਹੈ। ਐ, ਈ, ਓ, ਯੂ। ਪਰ ਕੌਨਸੋਨੈਂਟ ਦੀ ਪ੍ਰੋਡਕਸ਼ਨ ਦੇ ਵਿੱਚ ਵੋਕਲ ਟਰੈਕਟ ਵਿੱਚ ਪਾਰਸ਼ੀਅਲ ਜਾਂ ਕੰਪਲੀਟ ਅਬਸਟਰਕਸ਼ਨ ਹੁੰਦੀ ਹੈ। ਕੌਨਸੋਨੈਂਟਸ ਨੂੰ ਆਪਾਂ 3 ਤਰੀਕਿਆਂ ਦੇ ਨਾਲ ਕਲਾਸੀਫਾਈ ਕਰ ਸਕਦੇ ਹਾਂ: ਪਲੇਸ ਆਫ ਆਰਟੀਕੂਲੇਸ਼ਨ, ਮੈਨਰ ਆਫ ਆਰਟੀਕੂਲੇਸ਼ਨ ਤੇ ਵੌਇਸਿੰਗ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪਲੇਸ ਆਫ ਆਰਟੀਕੂਲੇਸ਼ਨ ਦੀ, ਮਤਲਬ ਸਾਊਂਡ ਕਿੱਥੇ ਪ੍ਰੋਡਿਊਸ ਹੁੰਦੀ ਹੈ। ਇਸ ਨੂੰ ਆਪਣੇ ਮੂੰਹ ਦੇ ਨਾਲ ਤੁਸੀਂ ਆਪ ਟਰਾਈ ਕਰਕੇ ਵੀ ਦੇਖ ਸਕਦੇ ਹੋ। ਫਰਸਟ ਹੈ ਆਪਣਾ ਬਾਇਲੇਬੀਅਲ ਸਾਊਂਡਸ। ਬਾਇਲੇਬੀਅਲ ਸਾਊਂਡਸ ਉਹ ਨੇ ਜਿੱਥੇ ਦੋਨੋਂ ਲਿਪਸ ਇੱਕ ਦੂਜੇ ਨੂੰ ਟੱਚ ਕਰਦੇ ਆ, ਜਿਵੇਂ ਪ ਬੋਲ ਕੇ ਦੇਖੋ, ਪ, ਬ, ਮ, ਇਹ ਸਾਊਂਡਸ। ਨੈਕਸਟ ਵਨ ਇਜ਼ ਲੇਬੀਓਡੈਂਟਲ, ਜਿਹਦੇ ਵਿੱਚ ਨੀਚੇ ਵਾਲਾ ਬੁੱਲ ਉੱਪਰ ਵਾਲੇ ਦੰਦਾਂ ਨੂੰ ਹਲਕਾ ਜਿਹਾ ਟੱਚ ਕਰਦਾ ਹੈ, ਜਿਵੇਂ ਕਿ ਫੈਨ, ਫ, ਵ। ਨਾਲ ਨਾਲ ਪ੍ਰੈਕਟਿਸ ਕਰੋ। ਅਗਲਾ ਹੈ ਆਪਣਾ ਡੈਂਟਲ, ਜਿਹਦੇ ਵਿੱਚ ਜੀਭ ਦੰਦਾਂ ਦੇ ਵਿੱਚ ਜਾਂ ਨੇੜੇ ਹੁੰਦੀ ਹੈ, ਜਿਵੇਂ ਥਿੰਕ ਬੋਲ ਕੇ ਦੇਖੋ, ਥਿੰਕ, ਥ, ਦ, ਇਹ ਸਾਊਂਡਸ ਇਹਦੇ ਚ ਆਉਂਦੀਆਂ। ਨੈਕਸਟ ਵਨ ਇਜ਼ ਐਲਵੀਓਲਰ। ਇਹਦੇ ਵਿੱਚ ਜੀਭ ਮੂੰਹ ਦੇ ਉੱਪਰ ਵਾਲੇ ਹਿੱਸੇ ਦੀ ਰਿਜ ਨੂੰ ਟੱਚ ਕਰਦਾ ਹੈ, ਦੰਦਾਂ ਦੇ ਠੀਕ ਪਿੱਛੇ, ਜਿਵੇਂ ਟੌਪ ਬੋਲ ਕੇ ਦੇਖੋ, ਟੌਪ, ਟ, ਡ, ਨ, ਇਹ ਸਾਊਂਡਸ। ਨੈਕਸਟ ਵਨ ਇਜ਼ ਪਲਾਟੋ ਐਲਵੀਓਲਰ। ਇਹਦੇ ਵਿੱਚ ਜੀਭ ਐਲਵੀਓਲਰ ਰਿਜ ਦੇ ਹਾਰਡ ਪੈਲੇਟ ਦੇ ਵਿਚਕਾਰ ਜੇ ਟੱਚ ਕਰਦਾ ਹੈ, ਜਿਵੇਂ ਸ਼ਿਪ, ਸ਼, ਬਿਲਕੁਲ ਸੈਂਟਰ 'ਚ, ਸ਼, ਚ, ਜ, ਹਲਕੀ ਜਿਹੀ ਟੱਚ ਹੁੰਦੀ ਹੈ। ਨੈਕਸਟ ਵਨ ਇਜ਼ ਪੈਲਾਟਲ। ਇਹਦੇ ਵਿੱਚ ਜੀਭ ਦਾ ਵਿਚਲਾ ਹਿੱਸਾ ਹਾਰਡ ਪੈਲੇਟ ਦੇ ਨੇੜੇ ਆਉਂਦਾ ਹੈ, ਜਿਵੇਂ ਆਪਾਂ ਬੋਲਦੇ ਹਾਂ ਯੈਸ, ਯੈਸ, ਜੀਭ ਦਾ ਵਿਚਲਾ ਹਿੱਸਾ ਹਲਕਾ ਜਿਹਾ ਨੇੜੇ ਆਉਂਦਾ ਹੈ। ਵੀਲਰ ਵਿੱਚ ਜੀਭ ਦਾ ਪਿਛਲਾ ਹਿੱਸਾ ਸੌਫਟ ਪੈਲੇਟ ਨੂੰ ਟੱਚ ਕਰਦਾ ਹੈ, ਜੀਭ ਦਾ ਪਿਛਲਾ ਹਿੱਸਾ ਸੌਫਟ ਪੈਲੇਟ ਨੂੰ ਪਿੱਛੇ ਟੱਚ ਕਰਦਾ ਹੈ, ਜਿਵੇਂ ਬੋਲੋ ਕੈਟ, ਕ, ਗ, ਅੰਗ, ਇਹ ਸਾਊਂਡਸ ਆਉਂਦੀਆਂ। ਤੇ ਅਖੀਰ ਦੇ ਵਿੱਚ ਆਉਂਦੀ ਹੈ ਗਲੋਟਲ, ਜਿੱਥੇ ਸਾਊਂਡ ਸਿੱਧਾ ਵੋਕਲ ਕਾਰਡਸ ਤੋਂ ਬਿਨਾਂ ਮੂੰਹ ਅਬਸਟਰਕਸ਼ਨ, ਮੂੰਹ ਦੇ ਵਿੱਚੋਂ ਬਿਨਾਂ ਅਬਸਟਰਕਸ਼ਨ ਦੇ ਨਿਕਲਦੀ ਹੈ, ਜਿਵੇਂ ਹੈਟ, ਕੋਈ ਅਬਸਟਰਕਸ਼ਨ ਨਹੀਂ ਹੈ, ਡਾਇਰੈਕਟ ਸਾਊਂਡ ਬਾਹਰ ਆਉਂਦੀ ਹੈ। ਹੁਣ ਆਪਾਂ ਦੇਖਦੇ ਹਾਂ ਮੈਨਰ ਆਫ ਆਰਟੀਕੂਲੇਸ਼ਨ ਨੂੰ, ਮਤਲਬ ਏਅਰ ਕਿਵੇਂ ਰਿਲੀਜ਼ ਹੁੰਦੀ ਹੈ। ਤਾਂ ਫਰਸਟ ਵਨ ਇਜ਼ ਪਲੋਸਿਵਸ ਜਾਂ ਸਟਾਪਸ। ਇਹਦੇ ਵਿੱਚ ਏਅਰ ਕੰਪਲੀਟਲੀ ਬਲੌਕ ਹੋ ਕੇ ਅਚਾਨਕ ਰਿਲੀਜ਼ ਹੁੰਦੀ ਹੈ, ਜਿਵੇਂ ਬੈਲੂਨ ਆਪਾਂ ਫੁਲਾ ਕੇ ਨਾ ਅਚਾਨਕ ਉਹਨੂੰ ਫਾੜਦੇ ਹਾਂ, ਪੌਪ ਵਰਗੀ ਸਾਊਂਡ ਆਉਂਦੀ ਹੈ। ਪ, ਬ, ਟ, ਡ, ਕ, ਗ, ਇਦਾਂ ਦੀ। ਉਸ ਤੋਂ ਬਾਅਦ ਨੈਕਸਟ ਆਪਣੇ ਹੈਗੇ ਫ੍ਰੀਕੇਟਿਵਸ। ਇਹਦੇ ਵਿੱਚ ਏਅਰ ਨੈਰੋ ਗੈਪ ਦੇ ਵਿੱਚੋਂ ਫ੍ਰਿਕਸ਼ਨ ਦੇ ਨਾਲ ਨਿਕਲਦੀ ਹੈ, ਜਿਵੇਂ ਟੈਪ ਤੋਂ ਪਾਣੀ ਛੋਟੀ ਪਾਈਪ ਨਾਲ ਜ਼ੋਰ ਨਾਲ ਨਿਕਲਦਾ ਹੈ। ਇੱਕ ਕੰਟੀਨਿਊਸ ਹਿਸਿੰਗ ਦੀ ਸਾਊਂਡ ਆਉਂਦੀ ਹੈ ਇਸ ਦੇ ਵਿੱਚ, ਜਿਵੇਂ ਫ, ਵ, ਸ, ਜ਼, ਸ਼, ਥ, ਦ, ਇਦਾਂ ਦੀ ਸਾਊਂਡਸ। ਨੈਕਸਟ ਵਨ ਇਜ਼ ਐਫਰੀਕੇਟ। ਪਲੋਸਿਵ ਤੇ ਫ੍ਰੀਕੇਟਿਵ ਦਾ ਕੰਬੀਨੇਸ਼ਨ ਹੁੰਦੀ ਹੈ। ਪਹਿਲਾਂ ਏਅਰ ਬਲੌਕ ਹੁੰਦੀ ਹੈ ਤੇ ਫਿਰ ਹੌਲੇ ਜਿਹੇ ਫ੍ਰਿਕਸ਼ਨ ਦੇ ਨਾਲ ਰਿਲੀਜ਼ ਹੁੰਦੀ ਹੈ, ਜਿਵੇਂ ਚਰਚ ਵਿੱਚ ਚ ਸਾਊਂਡ, ਚ, ਜ, ਇਹ ਸਾਊਂਡਸ ਇਹਦੇ ਚ ਆਉਂਦੀਆਂ। ਨੈਕਸਟ ਵਨ ਇਜ਼ ਨੇਜ਼ਲਸ। ਇਹਦੇ ਵਿੱਚ ਮੂੰਹ ਵਿੱਚ ਏਅਰ ਬਲੌਕ ਹੋ ਜਾਂਦੀ ਹੈ, ਪਰ ਏਅਰ ਨੋਜ਼ ਦੇ ਰਸਤੇ ਫ੍ਰੀ ਹੁੰਦੀ ਹੈ। ਜਦੋਂ ਨੱਕ ਬੰਦ ਕਰਕੇ ਮ ਬੋਲਣ ਦੀ ਕੋਸ਼ਿਸ਼ ਕਰੋ ਤਾਂ ਸਾਊਂਡ ਨਹੀਂ ਬਣਦਾ। ਇਹ ਟੈਸਟ ਤੁਸੀਂ ਕਰਕੇ ਵੀ ਦੇਖ ਸਕਦੇ ਹੋ। ਮ, ਨ, ਹਲਕੀ ਜਿਹੀ ਨੋਜ਼ ਦੀ ਸਾਊਂਡ ਆਉਂਦੀ ਹੈ, ਅੰਗ, ਨ, ਨੱਕ ਦੇ ਰਹੀ ਆਵਾਜ਼ ਆਉਂਦੀ ਹੈ। ਲੇਟਰਲਸ, ਇਹਦੇ ਵਿੱਚ ਜੀਭ ਵਿਚਕਾਰ ਟੱਚ ਕਰਦੀ ਹੈ, ਪਰ ਏਅਰ ਦੋਨੋਂ ਪਾਸੋਂ ਦੀ ਬਾਹਰ ਨਿਕਲਦੀ ਹੈ, ਜਿਵੇਂ ਕਿ ਇਹਨਾਂ ਨੂੰ ਬੋਲਦੇ ਹੋਏ ਜੀਭ ਦੇ ਦੋਨੋਂ ਪਾਸੇ ਦੀ ਆਪਾਂ ਹਵਾ ਮਹਿਸੂਸ ਕਰਦੇ ਹਾਂ। ਨੈਕਸਟ ਵਨ ਇਜ਼ ਅਪਰੋਕਸੀਮੈਂਟਸ, ਵਿੱਚ ਦੋ ਆਰਟੀਕੂਲੇਸ਼ਨ ਨੇੜੇ ਹੁੰਦੇ ਨੇ ਪਰ ਇੱਕ ਦੂਜੇ ਨੂੰ ਟੱਚ ਨਹੀਂ ਕਰਦੇ, ਇਸ ਲਈ ਕੋਈ ਵੀ ਫ੍ਰਿਕਸ਼ਨ ਜਾਂ ਬਲੌਕ ਨਹੀਂ ਹੁੰਦਾ ਤੇ ਸਾਊਂਡ ਸਮੂਥ ਵਾਊਲ ਵਰਗੀ ਹੁੰਦੀ ਹੈ, ਜਿਵੇਂ ਰ, ਰ। ਤੇ ਗਲਾਈਡਸ ਜਾਂ ਸੈਮੀ ਵਾਊਲਸ, ਜਿਵੇਂ ਕਿ ਵ, य, ਇਹ ਸਾਊਂਡ ਇੱਕ ਵਾਊਲ ਤੋਂ ਦੂਜੇ ਵਾਊਲ ਵੱਲ ਗਲਾਈਡ ਕਰਦੀ ਹੈ, ਇਸ ਲਈ ਇਹਨਾਂ ਨੂੰ ਵਾਊਲ ਤੇ ਕੌਨਸੋਨੈਂਟ ਦੇ ਵਿਚਕਾਰ ਮੰਨਿਆ ਜਾਂਦਾ ਹੈ। ਤੀਜੀ ਕੈਟੇਗਰਾਈਜੇਸ਼ਨ ਹੈ ਆਪਣੀ ਵੌਇਸਿੰਗ, ਮਤਲਬ ਸਾਊਂਡ ਵੌਇਸਡ ਹੈ ਜਾਂ ਵੌਇਸਲੈਸ। एग्जाम टिप है, पीपीएससी विच अक्सर पूछा जाता है कि प साउंड केड़ी कैटेगरी च आती है। आंसर आएगा वॉइसलैस, बायलेबियल, प्लॉसिव। वॉइसलैस, बायलेबियल, प्लॉसिव। एक होर इंपॉर्टेंट नंबर याद रखना है, आरपी इंग्लिश विच टोटल कॉन्सोनेंट्स 24 साउंड्स मनी जांदियां ने।
24 ਸਾਊਂਡਸ। ਹੁਣ ਅਸੀਂ ਪਹੁੰਚ ਗਏ ਹਾਂ ਸਭ ਤੋਂ ਇੰਪੋਰਟੈਂਟ ਸੈਕਸ਼ਨ ਤੇ, ਦੈਟ ਇਜ਼ IPA ਇੰਟਰਨੈਸ਼ਨਲ ਫੋਨੈਟਿਕ ਐਲਫਾਬੈਟ। ਇੱਕ ਸਟੈਂਡਰਡਾਈਜ਼ਡ ਸਿੰਬਲ ਸਿਸਟਮ ਹੈ ਜਿਹੜਾ ਇੰਟਰਨੈਸ਼ਨਲ ਫੋਨੈਟਿਕ ਐਸੋਸੀਏਸ਼ਨ ਨੇ ਬਣਾਇਆ ਸੀ। IPA ਦਾ ਪਰਪਸ ਹੈ ਹਰ ਲੈਂਗੁਏਜ ਦੀ ਹਰ ਸਾਊਂਡ ਨੂੰ ਇੱਕ ਯੂਨੀਕ ਸਿੰਬਲ ਦੇਣਾ, ਤਾਂ ਕਿ ਸਪੈਲਿੰਗਸ ਦੀ ਕਨਫਿਊਜ਼ਨ ਨਾ ਹੋਵੇ। ਹੁੰਦੀ ਹੈ, ਆਪਾਂ ਕਈ ਵਾਰੀ ਜਦੋਂ ਵਰਡਸ ਨੂੰ ਲਿਖਦੇ ਹਾਂ ਕਿਤੇ ਆਪਾਂ ਨੂੰ ਸਪੈਲਿੰਗ ਕੁਝ ਨਜ਼ਰ ਆਉਂਦੇ, ਕਿਤੇ ਕੁਝ। ਇਸ ਕਨਫਿਊਜ਼ਨ ਨੂੰ ਦੂਰ ਕਰਨ ਲਈ IPA ਸਿਸਟਮ ਬਣਾਇਆ ਗਿਆ। ਇਹਨੂੰ ਸਮਝਣ ਦੇ ਲਈ ਇੱਕ ਐਗਜ਼ਾਮਪਲ ਦੇਖੋ। ਇੰਗਲਿਸ਼ ਸਪੈਲਿੰਗ ਕੰਸਿਸਟੈਂਟ ਨਹੀਂ ਹੈ। ਇਨਫ ਵਿੱਚ ਆਪਾਂ GH ਨੂੰ ਫ ਦੀ ਤਰ੍ਹਾਂ ਬੋਲਦੇ ਹਾਂ, ਪਰ ਦੋ ਦੇ ਵਿੱਚ GH ਬਿਲਕੁਲ ਅਲੱਗ ਹੈ, ਸਾਇਲੈਂਟ ਹੈ। ਇਸ ਲਈ IPA ਸਿੰਬਲਸ ਯੂਜ਼ ਕਰਕੇ ਅਸੀਂ ਐਗਜ਼ੈਕਟ ਪ੍ਰੋਨਾਂਸੀਏਸ਼ਨ ਲਿਖ ਸਕਦੇ ਹਾਂ, ਜਿਵੇਂ ਇਨਫ ਦੀ ਪ੍ਰੋਨਾਂਸੀਏਸ਼ਨ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ। ਐਗਜ਼ਾਮ ਟਿਪ ਕੀ ਹੈ? IPA ਸਿੰਬਲ ਸਕੁਏਅਰ ਬ੍ਰੈਕਟ ਜਾਂ ਸਲੈਂਟ ਲਾਈਨਸ ਦੇ ਵਿੱਚ ਲਿਖੇ ਜਾਂਦੇ ਨੇ। ਫੋਨੀਮ ਟ੍ਰਾਂਸਕ੍ਰਿਪਸ਼ਨ ਸਲੈਂਟ ਲਾਈਨ ਦੇ ਵਿੱਚ ਹੀ ਹੁੰਦੀ ਹੈ ਤੇ ਫੋਨੈਟਿਕ ਟ੍ਰਾਂਸਕ੍ਰਿਪਸ਼ਨ ਸਕੁਏਅਰ ਬਾਕਸ ਦੇ ਵਿੱਚ ਹੁੰਦੇ ਨੇ। ਵਾਵਲ ਸਾਊਂਡਸ ਮੋਨੋਫਥੋਂਗਸ ਤੇ ਡਿਫਥੋਂਗਸ ਦੀ ਗੱਲ ਕਰਾਂਗੇ। ਇੰਗਲਿਸ਼ ਦੇ ਵਿੱਚ ਵਾਵਲ ਸਾਊਂਡਸ ਦੋ ਟਾਈਪ ਦੇ ਹੁੰਦੇ ਨੇ, ਮੋਨੋਫਥੋਂਗਸ ਤੇ ਡਿਫਥੋਂਗਸ। ਮੋਨੋਫਥੋਂਗਸ ਸਿੰਗਲ ਪਿਓਰ ਵਾਵਲ ਸਾਊਂਡਸ ਹੁੰਦੇ ਨੇ, ਜਿਹੜਾ ਚੇਂਜ ਨਹੀਂ ਹੁੰਦਾ। RP ਇੰਗਲਿਸ਼ ਦੇ ਵਿੱਚ ਟੋਟਲ 12 ਮੋਨੋਫਥੋਂਗਸ ਮੰਨੇ ਜਾਂਦੇ ਨੇ ਤੇ ਪੂਰੀ ਲਿਸਟ ਯਾਦ ਰੱਖਣੀ ਵੈਸੇ ਚਾਹੀਦੀ ਹੈ, ਤੁਹਾਨੂੰ ਸਕਰੀਨ ਦੇ ਉੱਪਰ ਆਏਗੀ, ਜਿਵੇਂ ਕਿ E ਸੀਟ ਦੇ ਵਿੱਚ, ਠੀਕ ਹੈ, E ਸਿਟ, ਐ ਬੈਡ, ਐ ਕੈਟ, ਆ ਕਾ, O hot, A la, U moon। इस तरीके ना यू पुट, अ कप, जिवें कि बर्ड ते लास्ट अपनी श्वा साउंड जिहड़ी कि बहुत छोटी हुंदी है, जिवें अबाउट, छोटा जा। ਇਹ श्वा साउंड इंग्लिश की सब तो कॉमन वाउल साउंड है जिहड़ा अनस्ट्रेस्ड सिलेबस ਦੇ ਵਿੱਚ ਹੁੰਦੀ ਹੈ। ਵਾਉਲਸ ਨੂੰ ਟੰਗ ਦੀ ਪੋਜੀਸ਼ਨ ਤੇ ਲਿਪ ਦੀ ਸ਼ੇਪ ਦੇ ਹਿਸਾਬ ਨਾਲ ਵੀ ਆਪਾਂ ਕਲਾਸੀਫਾਈ ਕਰਦੇ ਹਾਂ। ਸਭ ਤੋਂ ਪਹਿਲਾਂ ਟੰਗ ਦੀ ਹਾਈਟ, ਇਹ ਦੱਸਦੀ ਹੈ ਕਿ ਮੂੰਹ ਕਿੰਨਾ ਖੁੱਲਦਾ ਹੈ ਜਦੋਂ ਆਪਾਂ ਵਾਉਲ ਬੋਲਦੇ ਹਾਂ। ਕਲੋਜ਼ ਵਾਉਲ ਦੇ ਵਿੱਚ ਮੂੰਹ ਸਭ ਤੋਂ ਘੱਟ ਖੁੱਲਦਾ ਹੈ ਤੇ ਜੀਭ ਉੱਪਰ ਵੱਲ ਨੂੰ ਹੁੰਦੀ ਹੈ, ਜਿਵੇਂ ਕਿ ਈ, ਊ, ਇਦਾਂ ਦੀ ਸਾਊਂਡਸ ਦੇ ਵਿੱਚ। ਮਾਈਲਡ ਵਾਉਲਸ ਦੇ ਵਿੱਚ ਮੂੰਹ ਅੱਧਾ ਖੁੱਲਦਾ ਹੈ, ਜਿਵੇਂ ਐ, ਏ, ਅਰ, ਅ। ਤੇ ਓਪਨ ਵਾਉਲਸ ਦੇ ਵਿੱਚ ਮੂੰਹ ਸਭ ਤੋਂ ਜ਼ਿਆਦਾ ਖੁੱਲਦਾ ਹੈ, ਜੀਭ ਨੀਚੇ ਵੱਲ ਨੂੰ ਹੁੰਦੀ ਹੈ, ਜਿਵੇਂ ਐ, ਆ, ਇਦਾਂ ਦੇ। ਫਿਰ ਆਉਂਦੀ ਹੈ ਟੰਗ ਪੋਜੀਸ਼ਨ, ਜੋ ਦੱਸਦੀ ਹੈ ਕਿ ਜੀਭ ਦਾ ਕਿਹੜਾ ਹਿੱਸਾ ਐਕਟਿਵ ਹੁੰਦਾ ਹੈ। ਫਰੰਟ ਵਾਉਲਸ ਦੇ ਵਿੱਚ ਜੀਭ ਦਾ ਅਗਲਾ ਹਿੱਸਾ ਐਕਟਿਵ ਹੁੰਦਾ ਹੈ, ਜਿਵੇਂ ਕਿ ਈ, ਏ, ਐ। ਸੈਂਟਰਲ ਵਾਉਲ ਦੇ ਵਿੱਚ ਜੀਭ ਦਾ ਵਿਚਲਾ ਹਿੱਸਾ ਐਕਟਿਵ ਹੁੰਦਾ ਹੈ, ਜਿਵੇਂ ਅਰ, ਸ਼ਵਾ ਤੇ ਅ। ਤੇ ਬੈਕ ਵਾਉਲਸ ਦੇ ਵਿੱਚ ਜੀਭ ਦਾ ਪਿਛਲਾ ਹਿੱਸਾ ਐਕਟਿਵ ਹੁੰਦਾ ਹੈ, ਜਿਵੇਂ ਕਿ ਊ, ਊ, ਆ, ਓ, ਆ, ਇਸ ਤਰੀਕੇ ਦੇ ਨਾਲ। ਤੇ ਆਖਿਰ ਦੇ ਵਿੱਚ ਲਿਪ ਸ਼ੇਪ, ਜਿਹੜਾ ਕਿ ਦੱਸਦਾ ਹੈ ਕਿ ਬੋਲਦੇ ਟਾਈਮ ਲਿਪ ਗੋਲ ਹੁੰਦਾ ਜਾਂ ਨਹੀਂ। ਰਾਉਂਡਡ ਵਾਵਲਸ ਦੇ ਵਿੱਚ ਲਿਪਸ ਗੋਲ ਤੇ ਥੋੜੇ ਅੱਗੇ ਨਿਕਲਦੇ ਨੇ, ਜਿਵੇਂ ਕਿ ਮੂਨ, ਠੀਕ ਹੈ, ਊ ਸਾਊਂਡ, ਊ, ਆ, ਠੀਕ ਹੈ, ਓ, ਇਹ ਸਾਰੀਆਂ ਸਾਊਂਡਸ ਆਉਂਦੀਆਂ ਨੇ। ਬਾਕੀ ਸਾਰੇ ਵਾਵਲਸ ਅਨਰਾਉਂਡਡ ਹੁੰਦੇ ਨੇ, ਜਿਵੇਂ ਸੀਟ ਬੋਲਦੇ ਹੋਏ ਲਿਪਸ ਰਿਲੈਕਸਡ ਹੁੰਦੇ ਨੇ। ਹੁਣ ਆਪਾਂ ਸਮਝਦੇ ਹਾਂ ਡਿਫਥੋਂਗਸ, ਜਿਹੜੇ ਕਿ ਦੋ ਵਾਵਲਸ ਦਾ ਕੰਬੀਨੇਸ਼ਨ ਹੁੰਦੇ ਨੇ, ਇੱਕ ਹੀ ਸਿਲੇਬਲ ਵਿੱਚ ਗਲਾਈਡ ਕਰਦੇ ਨੇ। ਫੋਰ ਐਗਜ਼ਾਮਪਲ ਜਿਵੇਂ ਏ, ਜਿਵੇਂ ਕਿ ਡੇ, ਉਸੇ ਤਰੀਕੇ ਨਾਲ ਆਈ, ਮਏ, ਮਾਏ, ਠੀਕ ਹੈ। ਇਸੇ ਤਰੀਕੇ ਨਾਲ ਓਏ, ਬॉय। ਨੈਕਸਟ ਵਨ ਇਜ਼ ਓ, ਨਾਓ, ਹਾਂ, ਆਓ। ਇਸੇ ਤਰੀਕੇ ਨਾਲ ਅਗਲਾ ਹੈ ਜਿਵੇਂ ਓ, ਗੋ, ਈਅਰ, ਨੀਅਰ, ਏਅਰ, ਹੇਅਰ, ਠੀਕ ਹੈ। ਇਸੇ ਤਰੀਕੇ ਨਾਲ ਊਅਰ, ਟੂਅਰ। ਇਸ ਸਟੈਂਡਰਡ RP ਇੰਗਲਿਸ਼ ਦੇ ਵਿੱਚ ਟੋਟਲ 8 ਡਿਫਥੋਂਗਸ ਮੰਨੇ ਜਾਂਦੇ ਨੇ। ਇੱਕ ਛੋਟਾ 4 ਪੁਆਇੰਟ ਯਾਦ ਰੱਖੋ, ਕੁਝ ਐਡਵਾਂਸ ਪੇਪਰ ਵਿੱਚ ਟ੍ਰਾਈਫਥੋਂਗਸ ਦਾ ਜ਼ਿਕਰ ਵੀ ਹੁੰਦਾ ਹੈ, ਜਿਹੜਾ ਕਿ ਇੱਕ ਡਿਫਥੋਂਗਸ ਦੇ ਸਵਾਦ ਗਲਾਈਡ ਹੁੰਦਾ ਹੈ, ਜਿਵੇਂ ਕਿ ਫਾਇਰ, ਫਾਇਰ, ਵਿੱਚ ਲਾਸਟ ਜਿਹੜਾ ਛੋਟਾ ਜਿਹਾ ਆ ਰਿਹਾ। ਤੇ ਇੱਕ ਬਹੁਤ ਇੰਪੋਰਟੈਂਟ ਨੰਬਰ ਯਾਦ ਰੱਖੋ ਕਿ ਟੋਟਲ ਫੋਨੀਮ ਕਾਊਂਟ ਅਗਰ ਆਪਾਂ ਕਹੀਏ RP ਇੰਗਲਿਸ਼ ਦੇ ਵਿੱਚ ਟੋਟਲ 44 ਫੋਨੀਮ ਮੰਨੇ ਜਾਂਦੇ ਨੇ। 24 ਕੌਨਸੋਨੈਂਟਸ ਤੇ 20 ਵਾਵਲਸ, ਜਿਨ੍ਹਾਂ ਦੇ ਵਿੱਚੋਂ 12 ਮੋਨੋਫਥੋਂਗਸ ਨੇ ਤੇ 8 ਡਿਫਥੋਂਗਸ ਨੇ। ਇਹ ਨੰਬਰ PPSC ਦੇ ਵਿੱਚ ਡਾਇਰੈਕਟ MCQs ਦੇ ਰੂਪ ਵਿੱਚ ਅਕਸਰ ਪੁੱਛਿਆ ਜਾਂਦਾ ਹੈ। ਹੁਣ ਆਪਾਂ ਗੱਲ ਕਰਾਂਗੇ ਸਿਲੇਬਲ ਸਟਰਕਚਰ ਦੀ। ਸਿਲੇਬਲ ਇੱਕ ਸਾਊਂਡ ਯੂਨਿਟ ਹੈ, ਜਿਹੜਾ ਕਿ ਇੱਕ ਵਾਉਲ ਜਾਂ ਵਾਉਲ ਲਾਈਕ ਸਾਊਂਡ ਦੇ ਅਰਾਊਂਡ ਬਣਦੀ ਹੈ। ਹਰ ਸਿਲੇਬਲ ਦੇ 3 ਪਾਰਟਸ ਹੁੰਦੇ ਨੇ। ਔਨਸੈਟ ਮਤਲਬ ਸ਼ੁਰੂਆਤੀ, ਉਸ ਤੋਂ ਕੌਨਸੋਨੈਂਟ ਸਾਊਂਡ, ਉਸ ਤੋਂ ਬਾਅਦ ਨਿਊਕਲੀਅਸ ਮਤਲਬ ਸੈਂਟਰ ਵਾਵਲ ਸਾਊਂਡ, ਤੇ
ਉਸ ਤੋਂ ਬਾਅਦ ਹੈਗਾ ਕੌਡਾ, ਮਤਲਬ ਕਿ ਐਂਡਿੰਗ ਕੌਨਸੋਨੈਂਟ ਸਾਊਂਡ। ਕੈਟ ਦੇ ਵਿੱਚ ਜਿਵੇਂ ਕ ਔਨਸੈਟ ਹੈ, ਐ ਜਿਹੜਾ ਹੈਗਾ ਨਿਊਕਲੀਅਸ ਹੈ, ਤੇ ਟੀ ਜਿਹੜਾ ਹੈ ਟ ਜਿਹੜਾ ਹੈ ਉਹ ਕੌਡਾ ਹੈ। ਵਰਡ ਸਟ੍ਰੈਸ ਦੀ ਗੱਲ ਕਰੀਏ ਤਾਂ ਹੁਣ ਸਮਝ ਆਪਾਂ ਇਸ ਨੂੰ ਸਮਝੀਏ। ਸਟ੍ਰੈਸ ਦਾ ਮਤਲਬ ਹੈ ਕਿ ਵਰਡ ਜਾਂ ਸੈਂਟੈਂਸ ਦੇ ਕਿਸੇ ਪਰਟੀਕੂਲਰ ਸਿਲੇਬਸ ਤੇ ਜ਼ਿਆਦਾ ਫੋਰਸ, ਲਾਊਡਨੈਸ ਜਾਂ ਪਿਚ ਦੇ ਨਾਲ ਬੋਲਣਾ। ਵਰਡ ਸਟ੍ਰੈਸ ਦੋ ਟਾਈਪ ਦੀ ਹੁੰਦੀ ਹੈ, ਪ੍ਰਾਇਮਰੀ ਸਟ੍ਰੈਸ ਤੇ ਸੈਕੰਡਰੀ ਸਟ੍ਰੈਸ। ਪ੍ਰਾਇਮਰੀ ਸਟ੍ਰੈਸ ਸਭ ਤੋਂ ਜ਼ਿਆਦਾ ਫੋਰਸ ਵਾਲਾ ਸਿਲੇਬਲ ਹੁੰਦਾ ਹੈ, ਜਿਸ ਪ੍ਰਾਇਮਰੀ ਜਿਹੜਾ ਪਾਰਟ ਹੈ ਉਹ ਫੋਰ ਸਿਲੇਬਸ ਹੁੰਦਾ ਹੈ, ਜਿਹੜਾ ਕਿ ਸਿੰਬਲ ਨਾਲ ਮਾਰਕ ਹੁੰਦਾ ਹੈ। ਤੇ ਸੈਕੰਡਰੀ ਸਟ੍ਰੈਸ ਥੋੜਾ ਘੱਟ ਫੋਰਸ ਵਾਲਾ ਹੁੰਦਾ ਹੈ, ਸਿਲੇਬਲ ਹੁੰਦਾ ਘੱਟ ਫੋਰਸ ਵਾਲਾ ਸਿਲੇਬਲ ਹੁੰਦਾ ਹੈ, ਸਿੰਬਲ ਨਾਲ ਮਾਰਕ ਹੁੰਦਾ ਹੈ। ਐਗਜ਼ਾਮਪਲ ਲਓ, ਜਿਵੇਂ ਕਿ ਫੋਟੋਗ੍ਰਾਫ ਵਿੱਚ ਪ੍ਰਾਇਮਰੀ ਸਟ੍ਰੈਸ ਪਹਿਲੇ ਸਿਲੇਬਲ ਤੇ ਹੁੰਦਾ ਹੈ, ਫੋਟੋਗ੍ਰਾਫਰ ਦੇ ਵਿੱਚ ਪ੍ਰਾਇਮਰੀ ਸਟ੍ਰੈਸ ਦੂਜੇ ਸਿਲੇਬਲ ਤੇ ਹੁੰਦਾ ਹੈ। ਇਹ ਇੰਪੋਰਟੈਂਟ ਪੁਆਇੰਟ ਹੈ, ਜਦੋਂ ਸਫਿਕਸ ਐਡ ਕਰਨਾ ਹੁੰਦਾ ਹੈ ਸਟ੍ਰੈਸ ਸ਼ਿਫਟ ਹੋ ਸਕਦਾ ਹੈ। ਪੀਪੀਐਸਸੀ ਦੇ ਵਿੱਚ ਅਕਸਰ ਪੁੱਛਿਆ ਜਾਂਦਾ ਹੈ ਕਿ ਇੱਕ ਜਿਵੇਂ ਪ੍ਰੋਟੈਸਟ, ਠੀਕ ਹੈ ਨਾ, ਪ੍ਰੋਟੈਸਟ ਜਿਹੜਾ ਵਰਬ ਹੈ ਇਸ ਦੇ ਵਿੱਚ ਸਟ੍ਰੈਸ ਦਾ ਫਰਕ ਕੀ ਹੈ। ਨਾਊਨ ਦੇ ਵਿੱਚ ਸਟ੍ਰੈਸ ਪਹਿਲੇ ਸਿਲੇਬਲ ਤੇ ਹੁੰਦਾ ਹੈ ਤੇ ਵਰਬ ਦੇ ਵਿੱਚ ਦੂਜੇ ਸਿਲੇਬਲ ਤੇ ਹੁੰਦਾ ਹੈ। ਕੁਝ ਹੋਰ ਕਾਮਨ ਐਗਜ਼ਾਮਪਲਸ ਯਾਦ ਰੱਖੋ ਜਿਨ੍ਹਾਂ ਵਿੱਚ ਨਾਊਨ ਤੇ ਵਰਬ ਸਿਰਫ ਸਟ੍ਰੈਸ ਦੇ ਕਾਰਨ ਅਲੱਗ ਹੁੰਦੇ ਨੇ, ਜਿਵੇਂ ਕਿ ਰਿਕਾਰਡ, ਠੀਕ ਹੈ, ਪ੍ਰੈਜ਼ੈਂਟ, ਕੰਟਰੈਕਟ। ਇਸ ਪੈਟਰਨ ਨੂੰ ਯਾਦ ਕਰਨ ਦੇ ਸਿੰਪਲ ਤਰੀਕਾ ਹੈ, ਜਦੋਂ ਵਰਡ ਕੋਈ ਚੀਜ਼ ਜਾਂ ਆਬਜੈਕਟ ਦੱਸੇ ਤਾਂ ਸਟ੍ਰੈਸ ਪਹਿਲੇ ਸਿਲੇਬਲ ਤੇ ਆਏਗਾ, ਜਦੋਂ ਵਰਡ ਕੋਈ ਐਕਸ਼ਨ ਦੱਸੇ ਤਾਂ ਸਟ੍ਰੈਸ ਦੂਜੇ ਵਾਲੇ ਸਿਲੇਬਲ ਤੇ ਚਲਾ ਜਾਏਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਸੈਂਟੈਂਸ ਸਟ੍ਰੈਸ ਦੀ। ਸੈਂਟੈਂਸ ਸਟ੍ਰੈਸ ਤਾਂ ਹੈ ਕਿ ਸੈਂਟੈਂਸ ਦੇ ਕੰਟੈਂਟ ਜਿਹੜੇ ਵਰਡਸ ਨੇ, ਮਤਲਬ ਨਾਊਨਸ, ਮੇਨ ਵਰਬਸ, ਐਡਜੈਕਟਿਵ, ਐਡਵਰਬਸ ਤੇ ਸਟ੍ਰੈਸ ਦਿੱਤਾ ਜਾਂਦਾ ਹੈ, ਜਦਕਿ ਫੰਕਸ਼ਨ ਵਰਡਸ ਮਤਲਬ ਜਿਵੇਂ ਆਰਟੀਕਲਸ, ਪ੍ਰੈਪੋਜੀਸ਼ਨਸ, ਕੰਜੰਕਸ਼ਨਸ ਅਨਸਟ੍ਰੈਸਡ ਹੁੰਦੇ ਨੇ। ਸ਼ੀ ਇਜ਼ ਗੋਇੰਗ ਟੂ ਦ ਮਾਰਕੀਟ ਵਿੱਚ ਗੋਇੰਗ ਤੇ ਮਾਰਕੀਟ ਸਟ੍ਰੈਸਡ ਹੁੰਦੇ ਨੇ, ਜਦਕਿ ਸ਼ੀ ਇਜ਼ ਟੂ ਦ ਅਨਸਟ੍ਰੈਸਡ ਰਹਿਣਗੇ। ਨੈਕਸਟ ਵਨ ਇਜ਼ ਵੀਕ ਫਾਰਮਸ ਐਂਡ ਸਟਰੋਂਗ ਫਾਰਮਸ। ਇਹ ਹੋਰ ਬਹੁਤ ਇੰਪੋਰਟੈਂਟ ਐਗਜ਼ਾਮ ਓਰੀਐਂਟਡ ਕਨਸੈਪਟ ਹੈ। ਵੀਕ ਫਾਰਮਸ ਤੇ ਸਟਰੋਂਗ ਫਾਰਮਸ ਕਨੈਕਟਡ ਸਪੀਚ ਵਿੱਚ ਫੰਕਸ਼ਨ ਵਰਡਸ ਜਿਵੇਂ ਕਿ ਵਾਜ਼, ਟੂ, ਐਂਡ, ਆਫ, ਇਹ ਆਪਣੀ ਸਟਰੋਂਗ ਫਾਰਮਸ ਮਤਲਬ ਫੁੱਲ ਵਾਊਲ ਵਾਲੀ ਫਾਰਮ ਦੀ ਜਗ੍ਹਾ ਵੀਕ ਫਾਰਮ ਦੇ ਵਿੱਚ ਜਾਂਦੇ ਨੇ, ਜਿਨ੍ਹਾਂ ਵਿੱਚ ਸ਼ਵਾ ਆਉਂਦੀ ਹੈ ਕਿਉਂਕਿ ਇਹ ਅਨਸਟ੍ਰੈਸਡ ਹੁੰਦੇ ਨੇ। ਕੁਝ ਐਗਜ਼ਾਮਪਲਸ ਦੇ ਨਾਲ ਸਮਝਦੇ ਹਾਂ। ਟੂ ਦੀ ਸਟਰੋਂਗ ਫਾਰਮ ਟੂ ਹੈ, ਟੂ, ਪਰ ਨਾਰਮਲ ਸੈਂਟੈਂਸ ਦੇ ਵਿੱਚ ਆਈ ਵਾਂਟ ਟੂ ਗੋ ਵਿੱਚ ਇਹ ਟੂ ਗੋ, ਐਂਡ ਦੀ ਸਾਊਂਡ ਫਾਰਮ ਐਂਡ ਹੈ, ਬਟ ਜਦੋਂ ਇਹ ਬ੍ਰੈਡ, ਬਟਰ, ਇਹਦੇ ਵਿੱਚ ਇਹ ਐਂਡ ਜਾਂ ਐਨ ਹੋ ਜਾਂਦਾ ਹੈ। ਵਾਜ਼ ਦੀ ਸਟਰੋਂਗ ਫਾਰਮ ਵਾਜ਼ ਹੀ ਹੈ, ਹੀ ਵਾਜ਼ ਲੇਟ, ਵਿੱਚ ਨਾਰਮਲ ਫਾਸਟ ਸਪੀਚ ਦੇ ਵਿੱਚ ਇਹ ਵਾਜ਼ ਬਣ ਜਾਂਦਾ ਹੈ। ਆਫ ਦੀ ਸਟਰੋਂਗ ਫਾਰਮ ਆਫ ਹੈ, ਕੱਪ ਆਫ ਟੀ ਆਫ ਬਣ ਜਾਂਦਾ ਹੈ, ਆਫ ਨਹੀਂ ਰਹਿ ਜਾਂਦਾ ਹੈ। ਯਾਦ ਰੱਖਣ ਦਾ ਸਿੰਪਲ ਤਰੀਕਾ ਹੈ, ਜਦੋਂ ਫੰਕਸ਼ਨ ਵਰਡ ਸੈਂਟੈਂਸ ਦੇ ਵਿੱਚ ਨਾਰਮਲ ਅਨਸਟ੍ਰੈਸਡ ਰੂਪ ਦੇ ਵਿੱਚ ਆਵੇ ਤਾਂ ਉਸ ਦੀ ਵਾਊਲ ਸਾਊਂਡ ਜਿਹੜੀ ਹੈਗੀ ਸ਼ਵਾ ਬਣ ਜਾਂਦੀ ਹੈ। ਸਟਰੋਂਗ ਫਾਰਮ ਸਿਰਫ ਉਦੋਂ ਹੀ ਯੂਜ਼ ਕਰ ਹੁੰਦੀ ਹੈ ਜਦੋਂ ਵਰਡਸ ਤੇ ਸਪੈਸ਼ਲ ਐਮਫੈਸਿਸ ਦੇਣਾ ਹੋਵੇ। ਆਈ ਡੋਂਟ ਨੋ ਵੇਅਰ ਹੀ ਵਾਜ਼, ਇਸ ਵਿੱਚ ਵਾਜ਼ ਐਮਫੈਸਿਸ ਹੈ, ਇਸ ਲਈ ਸਟਰੋਂਗ ਫਾਰਮ ਚ ਆਇਆ। ਵੀਕ ਫਾਰਮ ਨੈਚੁਰਲ, ਫਲੂਐਂਟ ਇੰਗਲਿਸ਼ ਸਪੀਚ ਦੀ ਪਹਿਚਾਣ ਹੁੰਦੇ ਨੇ ਤੇ ਪੀਪੀਐਸਸੀ ਦੇ ਵਿੱਚ ਇਸੇ ਰਿਲੇਟਡ ਕਨਸੈਪਚੁਅਲ ਕੁਐਸਚਨ ਆ ਸਕਦੇ ਨੇ। ਹੁਣ ਆਪਾਂ ਗੱਲ ਕਰਾਂਗੇ ਇੰਟੋਨੇਸ਼ਨ ਦੀ। ਇੰਟੋਨੇਸ਼ਨ ਦਾ ਮਤਲਬ ਹੈ ਕਿ ਬੋਲਦੇ ਟਾਈਮ ਪਿਚ ਦਾ ਰਾਈਜ਼ ਤੇ ਫਾਲ, ਮਤਲਬ ਆਵਾਜ਼ ਕਿੰਨੀ ਉੱਚੀ ਤੇ ਜਾਂ ਨੀਵੀਂ ਹੋਣਾ। ਇਸ ਦੇ ਦੋ ਪੈਟਰਨ ਹੁੰਦੇ ਨੇ। ਪਹਿਲਾ ਹੈ ਫਾਲਿੰਗ ਇੰਟੋਨੇਸ਼ਨ, ਜਿਹੜਾ ਸਟੇਟਮੈਂਟਸ, ਕਮਾਂਡਸ ਤੇ WH ਵਰਡਸ ਵਿੱਚ ਯੂਜ਼ ਹੁੰਦਾ ਹੈ। ਫॉर ਐਗਜ਼ਾਮਪਲ, ਵੇਅਰ ਡੂ ਯੂ ਲਿਵ, ਬੋਲਦੇ ਹੋਏ ਆਵਾਜ਼ ਐਂਡ ਵਿੱਚ ਨੀਚੇ ਜਾਂਦੀ ਹੈ। ਇਸੇ ਤਰ੍ਹਾਂ ਕਲੋਜ਼ ਦ ਡੋਰ, ਜਿਹੜਾ ਇੱਕ ਕਮਾਂਡ ਹੈ, ਆਈ ਐਮ ਗੋਇੰਗ ਹੋਮ, ਜਿਹੜਾ ਇੱਕ ਸਟੇਟਮੈਂਟ ਹੈ, ਇਹਨਾਂ ਦੋਨਾਂ ਦੇ ਵਿੱਚ ਆਵਾਜ਼ ਸੈਂਟੈਂਸ ਦੇ ਐਂਡ ਦੇ ਵਿੱਚ ਨੀਚੇ ਜਾਂਦੀ ਹੈ। ਦੂਜਾ ਹੈ ਰਾਈਜ਼ਿੰਗ ਇੰਟੋਨੇਸ਼ਨ, ਜਿਹੜਾ ਯੈਸ ਔਰ ਨੋ ਕੁਐਸਚਨ ਦਾ ਕੰਪਲੀਟ ਲਿਸਟ ਵਿੱਚ ਯੂਜ਼ ਹੁੰਦੀ ਹੈ। ਡੂ ਯੂ ਲਾਈਕ ਟੀ, ਬੋਲਦੇ ਹੋਏ ਆਵਾਜ਼ ਐਂਡ ਵਿੱਚ ਉੱਪਰ ਜਾਂਦੀ ਹੈ, ਟੀ ਤੇ ਐਮਫੈਸਿਸ ਆਉਂਦਾ ਹੈ। ਇਸੇ ਤਰੀਕੇ ਨਾਲ ਆਰ ਯੂ ਕਮਿੰਗ ਵਿਦ ਅਸ, ਇਸ ਦੇ ਵਿੱਚ ਆਵਾਜ਼ ਉੱਪਰ ਜਾਂਦੀ ਹੈ ਕਿਉਂਕਿ ਯੈਸ ਨੋ ਕੁਐਸਚਨ ਹੈ। ਜਦੋਂ ਅਸੀਂ ਲਿਸਟ ਬੋਲ ਰਹੇ ਹੋਈਏ ਤਾਂ ਵਿੱਚ ਹਲੇ ਅਭੀ ਪੂਰਾ ਨਹੀਂ ਕੀਤਾ, ਜਿਵੇਂ ਕਿ ਆਈ ਬੌਟ ਐਪਲਸ, ਬਨਾਨਾਸ, ਔਰੇਂਜਸ, ਤਾਂ ਪਹਿਲੇ ਦੋ ਆਈਟਮਸ 'ਚ ਆਵਾਜ਼ ਉੱਪਰ ਜਾਂਦੀ ਹੈ, ਅਖੀਰ ਵਿੱਚ ਆਵਾਜ਼ ਥੋੜੀ ਜਿਹੀ ਨੀਚੇ ਜਾਂਦੀ ਹੈ ਕਿਉਂਕਿ ਲਿਸਟ ਕੰਪਲੀਟ ਹੋ ਗਈ ਹੈ। ਐਗਜ਼ਾਮ ਟਿਪ, WH ਵਰਡਸ ਫਾਲਿੰਗ ਇੰਟੋਨੇਸ਼ਨ ਲੈਂਦੇ ਨੇ ਤੇ ਯੈਸ ਨੋ ਕੁਐਸਚਨ ਰਾਈਜ਼ਿੰਗ ਇੰਟੋਨੇਸ਼ਨ ਲੈਂਦੇ ਹੈ। ਇਹ ਡਿਸਟਿੰਕਸ਼ਨ PPSC ਦੇ ਵਿੱਚ ਕਾਫੀ ਵਾਰ ਪੁੱਛਿਆ ਜਾ ਚੁੱਕਿਆ ਹੈ। ਇੰਪੋਰਟੈਂਟ
जिन्हां नूं याद रखना ज़रूरी है। फर्स्ट वन इज़ डेनियल जॉन्स, एक ब्रिटिश फनैटिशियन सन। इन्हां ने कार्डिनल वाउल्स के सिस्टम नूं डिवेलप कीता सी। इन्हां ने एन आउटलाइन ऑफ इंग्लिश फनैटिक्स लिखी ते इन्हां दा सब तो फेमस काम सी इंग्लिश प्रोनाउंसिंग डिक्शनरी, जिन्हों EPD भी कहते हैं। ये IPA ट्रांसक्रिप्शन लिए सब तो ज़्यादा साइटेड रेफरेंस मनिया जाता है। इन्हों फादर ऑफ ब्रिटिश फनैटिक्स भी कहा जाता है। तो PPSC विच डेनियल जॉन्स का नेम EPD के नाल लिंक करके हमेशा याद रखना है। इंटरनेशनल फनैटिक्स एसोसीएशन मतलब IPA 1886 के विच फ्रांस विच स्थापित हुई सी। इन्होंने IPA चार्ट क्रिएट किया सी। हुण आपां फटाफट एक क्विक रिविजन कर लैंदे हाँ। अज आपां की पढ़िया है, मीनिंग ऑफ फनैटिक्स ते उन्हां दे 3 ब्रांचेस, मीनिंग ऑफ फोनोलॉजी ते फोनीम, ऑर्गन्स ऑफ स्पीच, वॉइस्ड वर्सेस वॉइसलैस साउंड्स, वाउल्स वर्सेस कॉन्सोनेंट्स, प्लेस, मैनर, वॉइसिंग ते टोटल 24 कॉन्सोनेंट्स, इंटरनेशनल फोनेटिक अल्फाबेट मीनस IPA सिस्टम, मोनोफथोंग्स जो कि 12 होंगे है, डिफथोंग्स 8 होंगे ने, ते नाल आपां छोटा जिहा हिंट ट्राइफथोंग्स का भी लिता। वाउल क्लासिफिकेशन टंग हाइट पोजीशन ते लिप शेप के अकॉर्डिंग। टोटल फोनीम काउंट आपां पढ़े 24, जिहदे विचों 24 कॉन्सोनेंट्स है ते 20 वाउल्स है। आपां सिलेबल स्ट्रक्चर पढ़िया, वर्ड स्ट्रेस ते सेंटेंस स्ट्रेस पढ़िया, वीक फॉर्म्स वर्सेस स्ट्रॉन्ग फॉर्म्स पढ़िया, इंटोनेशन दे पैटर्न ते वल ध्यान दिता। डेनियल जॉन्स जिन्हां ने EPD ते जो कि IPA हिस्टरी दे नाल रिलेटेड है। हुण आपां करांगे थोड़े जे प्रैक्टिस MCQs। देखना भी है ना कि तुसीं हुण तक जिन्ना सुनिया वो किन्ना कुछ याद है। अपना फर्स्ट क्वेश्चन है, विच ब्रांच ऑफ फोनेटिक्स स्टडीज हाउ स्पीच ऑर्गन्स प्रोड्यूस साउंड्स। विच ब्रांच ऑफ फोनेटिक्स स्टडीज हाउ स्पीच ऑर्गन्स प्रोड्यूस साउंड्स। द आंसर इज articulatory phonetics. Which is the answer? Articulatory phonetics. Next question is, the smallest meaningful unit of sound in a language is called. The smallest meaningful unit of sound in a language is called phoneme. What it is? It is phoneme. The next question is, voiced per is an example of, per किस द एग्जाम्पल है? per is an example of voiceless bilabial plosive. Voiceless bilabial plosive. Next question number 4. The most common vowel sound in English found in unstressed syllable is called. The most common vowel sound in English found in unstressed syllables is called. That is schwa sound, which is mostly found in the unstressed syllables. The next question is, who developed the system of cardinal vowels? Who developed the system of cardinal vowels? डेनियल जॉन्स। नाम याद रखना है इसका जदों भी आप फोनेटिक्स की गल करनी है। डेनियल जॉन्स शुड बी इन आर माइंड। नेक्स्ट क्वेश्चन, WH क्वेश्चन जनरली टेक विच इंटोनेशन पैटर्न? WH questions generally take which intonation pattern? The answer is falling one. राइजिंग कदों हुंदा है अपने जदों yes no questions आउणगे ओहदे विच अपना राइजिंग पैटर्न होएगा इंटोनेशन दा। द नेक्स्ट 7th क्वेश्चन आपां हुण करन लगे आ। इन द वर्ड फोटोग्राफ which where does the primary stress fall? In the word photograph, where does the primary stress fall? The answer is first syllable photograph ਦੇ ਵਿੱਚ। photographer ਦੇ ਵਿੱਚ second ਵਾਲੇ ਤੇ ਆਏਗਾ, photograph ਦੇ ਵਿੱਚ first ਤੇ ਆਏਗਾ, photographer ਦੇ ਵਿੱਚ second ਵਿੱਚ ਆਏਗਾ। The next one is total number of phoneme in RP English is. Total number of phonemes in RP English is, phonemes किन्ने हैं? 44 है, जिस दे विचों 22 कॉन्सोनेंट्स हैं, 24 कॉन्सोनेंट्स हैं, 20 वाउल्स हैं। नेक्स्ट इज sh as in ship is an example of a sh as in ship is an example of a plato alveolar fricative. Plato alveolar fricative याद रखनी है, कुछ साइंस से माइंड ही रख लो ਤਾਂ ਹੀ ਬੈਟਰ ਰਹੇਗਾ। ਥੋੜੀ ਪ੍ਰੈਕਟਿਸ ਨਾਲ ਹੋ ਜਾਏਗਾ, ਤੁਸੀਂ ਇਹਨੂੰ ਬੋਲ ਕੇ ਵੀ ਦੇਖ ਸਕਦੇ ਹੋ, ਥੋੜਾ ਜਿਹਾ ਆਪਣੇ ਮਾਈਂਡ ਵਿੱਚ ਇਹਨੂੰ ਯਾਦ ਵੀ ਰੱਖ ਸਕਦੇ ਹੋ।
In connected speech, function words like to and are often reduced to their in connected speech. Function words like to and are often reduced to their weak form. ਜਦੋਂ ਆਪਾਂ ਫਲੋ 'ਚ ਬੋਲਦੇ ਆ ਇਹਨਾਂ ਤੇ ਸਟ੍ਰੈਸ ਘੱਟ ਪੈਂਦਾ ਹੈ ਤੇ ਵੀਕ ਫਾਰਮ 'ਚ ਆ ਜਾਂਦੇ ਆ। ਸੋ ਅੱਜ ਅਸੀਂ ਫੋਨੈਟਿਕਸ ਤੇ ਫੋਨੋਲੋਜੀ ਡਿਟੇਲ ਦੇ ਵਿੱਚ ਕੰਪਲੀਟ ਕੀਤਾ। ਸਪੀਚ ਸਾਊਂਡਸ, IPA, ਸਟ੍ਰੈਸ ਤੇ ਇੰਟੋਨੇਸ਼ਨ। ਮੈਂ ਉਮੀਦ ਕਰਦੀ ਹਾਂ ਕਿ ਹੁਣ ਇਹ ਟੌਪਿਕ ਤੁਹਾਨੂੰ ਐਗਜ਼ਾਮ ਦੇ ਲਈ ਕਾਫੀ ਸਟਰੋਂਗ ਹੋ ਗਿਆ ਹੋਏਗਾ। ਇਸ ਵੀਡੀਓ ਨੂੰ ਤੁਸੀਂ ਰਿਪੀਟ ਕਰਕੇ ਦੁਬਾਰਾ ਦੇਖ ਸਕਦੇ ਹੋ। ਕਿਸੇ ਵੀ ਚੀਜ਼ 'ਚ ਕਨਫਿਊਜ਼ਨ ਰਹਿੰਦੀ ਹੈ, ਅਗਰ ਪ੍ਰੋਬਲਮ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ, ਆਪਾਂ ਉਹਨੂੰ ਦੁਬਾਰਾ ਕਲੈਰੀਫਾਈ ਵੀ ਕਰ ਸਕਦੇ ਹਾਂ। ਜੇ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ। ਚੈਨਲ ਇੰਗਲਿਸ਼ ਕਨੈਕਸ਼ਨ ਵਿਦ ਗੀਤ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਦਬਣਾ ਬਿਲਕੁਲ ਨਾ ਭੁੱਲਿਓ। ਅਗਲੀ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਮੋਰਫੋਲੋਜੀ ਤੇ ਵਰਡ ਫਾਰਮੇਸ਼ਨ। ਇੰਗਲਿਸ਼ ਵਰਡਸ ਕਿਵੇਂ ਬਣਦੇ ਹੈ, ਪ੍ਰੀਫਿਕਸਿਸ, ਸਫਿਕਸਿਸ ਤੇ ਵਰਡ ਕਲਾਸਿਸ ਦੇ ਨਾਲ ਆਪਾਂ ਕਰਾਂਗੇ। ਕਮੈਂਟਸ ਵਿੱਚ ਜ਼ਰੂਰ ਦੱਸਿਓ ਕਿ ਅੱਜ ਦੇ MCQs ਦੇ ਵਿੱਚ ਤੁਸੀਂ ਕਿੰਨੇ ਕਰੈਕਟ ਕੀਤੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਕੀਪ ਲਰਨਿੰਗ, ਕੀਪ ਗਰੋਇੰਗ। ਥੈਂਕ ਯੂ ਫॉर ਵਾਚਿੰਗ। ਬਾਏ ਬਾਏ।